ਦਿੜਬਾ ਦੇ ਵਿੱਚ ईमान सिंह मान ने श्रोमणी अकाली दल अमृतसर चुनावी कार्यालय का किया उद्घाटन। कहा, सरदार बादल सिंह अगर सही मायने में सिखों की रिहाई के लिए कार्य कर रहे होते तो वह राजोआना की बहन को अकाली दल बादल का अध्यक्ष नियुक्त करें। लोकसभा संगरूर जमीनी चुनाव हेतु चुनाव प्रक्रिया शुरू होने के बाद श्रोमणी अकाली दल अमृतसर द्वारा दिड़बा में कार्यालय का उद्घाटन किया गया। वहीं सिमरनजीत सिंह मान के पुत्र ईमान सिंह मान द्वारा किया गया। ईमान सिंह मान ने चुनावी रैली को संबोधित किया और अपनी पार्टी की नीतियों के बारे में लोगों को जागरूक करवाया। ईमान सिंह मान प्रेस वार्ता दौरान कहा कि लोकसभा हल्का संगरूर से श्रोमणी अकाली दल अमृतसर के अध्यक्ष सिमरनजीत सिंह मान चुनावी मैदान में हैं। उन्होंने कहा कि पार्टी अपनी प्राप्तियां संबंधी लोगों को जानू करवाएगी। उन्होंने सवाल का जवाब देते हुए कहा कि बंदी सिखों की रिहाई बहुत जरूरी है, जो कि सरकारों द्वारा जो सिंह सजा पूरी कर चुके उनको रिहा नहीं किया जा रहा। उन्होंने राजोआना की बहन के बारे में कहा कि वह कौम की बहन है। ਦਿੜਬਾ ਦੇ ਵਿੱਚ ਸਾਡੀ ਜਿਹੜੀ ਚੋਣ ਮੁਹਿੰਮ ਸ਼ੁਰੂ ਹੋਈ ਹੈ, ਇਹਦੇ ਵਿੱਚ ਅਸੀਂ ਆਪਣੇ ਪਾਰਟੀ ਦੀਆਂ ਪ੍ਰਾਪਤੀਆਂ ਜੋ ਸੰਗਰੂਰ ਦੇ ਵਿਕਾਸ ਦੇ ਕੰਮ ਕਰ ਚੁੱਕੇ ਹਾਂ, ਸਰ ਸਿਮਰਨਜੀਤ ਸਿੰਘ ਮਾਨ ਦੀ ਲਿਆਕਤ ਗੋਲਡ ਮੈਡਲ ਇਤਿਹਾਸ 'ਚ ਪੰਜਾਬ ਯੂਨੀਵਰਸਿਟੀ ਤੋਂ ਪ੍ਰਾਪਤ ਕਰਕੇ IPS ਦੇ ਐਗਜ਼ਾਮ ਕਲੀਅਰ ਕਰਕੇ ਇੱਕ ਥਾਣੇ 'ਚ ਥਾਣੇਦਾਰ ਦਾ ਕੰਮ ਕਰਕੇ ASP ਲੱਗ ਕੇ SSP ਲੱਗ ਕੇ ਜ਼ਿਲ੍ਹੇ ਚਲਾ ਕੇ ਉਹਨਾਂ ਨੇ ਲਾਅ ਐਂਡ ਆਰਡਰ ਦੇ ਵਿੱਚ ਕਦੀ ਵੀ ਕੋਈ ਵਿਘਨ ਨਹੀਂ ਆਣ ਦਿੱਤਾ ਹੈਗਾ। ਉਹ ਵੇਰਵਾ ਦੇ ਕੇ ਉਹਨਾਂ ਨੂੰ ਆਪਣੇ ਕੌਮ ਤੇ ਪੰਜਾਬ ਦਾ ਜਿਹੜਾ ਪ੍ਰੇਮ ਸੀ, ਜਿਸ ਕਰਕੇ ਕੱਲ ਉਹ ਕਿਸੇ ਹਾਲਾਤ 'ਚ ਸੰਗਰੂਰ 'ਚ ਨਹੀਂ ਹੋਣਗੇ। ਆਪਣੇ ਹਰਮਨ ਪਿਆਰੇ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਉਹ ਆਪਣੀ ਹਾਜ਼ਰੀ ਭਰਨ ਚਾ ਰਹੇ ਹੈ। 6 ਜੂਨ ਦਾ ਜਿਹੜਾ ਹਮਲਾ ਸੀ ਉਹਨੂੰ ਦੇਖ ਕੇ ਉਹਨਾਂ ਨੇ ਆਪਣੇ ਨੌਕਰੀ ਤੋਂ ਅਸਤੀਫਾ ਦਿੱਤਾ। ਸਰਕਾਰ ਨੇ 5 ਸਾਲ ਉਹਨਾਂ ਨੂੰ ਜੇਲ੍ਹਾਂ 'ਚ ਟੌਰਚਰ ਕੀਤਾ। ਫਾਂਸੀ ਦਾ ਫੰਦਾ ਸਾਹਮਣੇ ਸੀ, ਸੰਗਤਾਂ ਨੇ ਉਹਨਾਂ ਨੂੰ ਜਿਤਾ ਕੇ ਬਾਹਰ ਕੱਢਿਆ। ਉਸ ਤੋਂ ਬਾਅਦ ਸਰ ਸਿਮਰਨਜੀਤ ਸਿੰਘ ਮਾਨ ਨੇ ਦਿਨ ਰਾਤ ਇੱਕ ਕਰਕੇ ਜਿੱਥੇ ਐਨਕਾਊਂਟਰ ਜਾ ਕੇ ਹਜ਼ਾਰ ਆਲਮ, ਜਿੱਥੇ ਸੈਣੀ, ਜਿੱਥੇ KPS ਗਿੱਲ ਬੇਅੰਤ ਨੇ ਉਰੇ ਬੁੱਚੜਬਾਜੀ ਕੀਤੀ ਸੀ, ਉੱਥੇ 5-5 ਰੁਪਏ ਦੇ ਸਟੰਪ ਪੇਪਰਾਂ ਤੇ ਕਾਨੂੰਨ ਪਸੰਦ ਤਰੀਕੇ ਨਾਲ ਉਹਨਾਂ ਨੇ ਕੇਸ ਪਾਏ, ਜਿਹਦੇ ਵਿੱਚ ਅਨੂਪ ਸਿੰਘ ਸੰਧੂ ਵਰਗਿਆਂ ਨੂੰ ਉਹਨਾਂ ਨੇ ਸਜ਼ਾ ਦੇ ਨੇੜੇ ਖੜਾ ਕੀਤਾ। ਉਹਨਾਂ ਨੇ ਪੰਜਾਬ ਦੇ ਪੱਖ ਦੀਆਂ ਗੱਲਾਂ ਕੀਤੀਆਂ। ਸਾਡੇ ਪੰਜਾਬੀ ਬੋਲਦੇ ਇਲਾਕੇ, ਸਾਡੇ ਪਾਣੀ ਜਿਹੜਾ ਅੱਜ ਸੈਂਟਰਵਾਦੀ ਸੋਚਾਂ, ਜਿਹਦੇ ਵਿੱਚ ਆਮ ਸ਼ਾਮਿਲ ਹੈ, ਜਿਹਦੇ ਵਿੱਚ BJP ਤੇ ਕਾਂਗਰਸ ਹੈ, ਜਿਹੜਾ ਪੰਜਾਬ ਦਾ ਰਿਪੇਰੀਅਨ ਹੱਕ ਖੋ ਕੇ ਉੱਥੇ ਦਿੱਲੀ ਨੂੰ ਪਾਣੀ ਲੈ ਕੇ ਜਾਣਾ ਚਾਹੁੰਦੀਆਂ, ਉਹਦੇ ਬਾਰੇ ਉਹਨਾਂ ਨੇ SYL ਨੂੰ ਜਾ ਕੇ ਬੰਦ ਵੀ ਕੀਤਾ। ਉੱਥੇ ਪਾਰਲੀਮੈਂਟ 'ਚ ਜਾ ਕੇ ਉਹਨਾਂ ਨੇ ਇਹਦਾ ਪ੍ਰੋਟੈਸਟ ਕੀਤਾ ਹੈਗਾ। ਤੇ ਅੱਜ ਵੀ ਅਸੀਂ ਆਪਣੇ ਪਾਣੀਆਂ ਦੇ ਹੱਕ ਤੇ ਖੜੇ ਹਾਂ। ਜਦ ਕੋਈ ਵੀ ਬਾਦਲ ਦੀ ਸਰਕਾਰ ਦੇ ਵਿੱਚ ਹਰੇਕ ਮਿਲ ਗਿਆ ਸੀਗਾ, ਅਮਰਿੰਦਰ ਵੀ ਉਹਦੇ ਨਾਲ ਹੋ ਗਿਆ ਸੀਗਾ, ਉਹਦੇ ਨਾਲ ਟੌਰਾ ਸਾਹਿਬ ਵੀ ਚਲੇ ਗਏ ਸੀ, ਬਰਨਾਲਾ ਸਾਹਿਬ ਵੀ, ਹਰੇਕ ਉਹਦੇ ਨਾਲ ਮੇਲ ਕਰ ਗਿਆ ਸੀਗਾ। ਉਦੋਂ ਵੀ ਅਸੀਂ ਆਪਣੇ ਹੱਕਾਂ ਤੇ ਪਹਿਰਾ ਦਿੱਤਾ, ਵੱਖਰੇ ਰਹੇ। ਅਸੀਂ ਜਾ ਕੇ ਬਾਦਲ ਦੀਆਂ ਔਰਬਿਟ ਬੱਸਾਂ ਰੋਕੀਆਂ, ਜੇਲ੍ਹਾਂ ਕੱਟੀਆਂ, ਉੱਥੇ ਜਾ ਕੇ ਬੇਅੰਤ ਦਾ ਬੁੱਤ ਅਸੀਂ ਲਾਇਆ ਸੀਗਾ, ਉੱਥੇ ਵੀ ਅਸੀਂ ਜੇਲ੍ਹਾਂ ਕੱਟੀਆਂ। ਅਸੀਂ ਆਪਣੇ ਹੱਕ ਹਕੂਕ ਤੇ ਪਹਿਰਾ ਦਿੰਦੇ ਹੋਏ ਸਰ ਸਿਮਰਨਜੀਤ ਸਿੰਘ ਮਾਨ ਨੇ ਸਿਆਸੀ ਤੌਰ ਤੇ ਆਪਣੇ ਕੋਈ ਵੀ ਇਲੈਕਸ਼ਨ ਨਹੀਂ ਛੱਡੇ, ਹਰੇਕ 'ਚ ਉਹਨਾਂ ਨੇ ਚੋਣ ਲੜ ਕੇ ਯਤਨ ਕੀਤਾ ਕਿ ਆਪਣੇ ਪੰਜਾਬ ਦੀ ਸੋਚ ਨੂੰ ਮੁੜ ਕੇ ਜਾਗਰੂਕ ਕਰਕੇ ਅਸੀਂ ਆਪਣੀ ਗੱਲ ਕਰੀਏ। ਬਾਰਡਰ ਖੁੱਲ੍ਹੇ ਹੋਣੇ ਚਾਹੀਦੇ ਆ, ਵਪਾਰ ਹੋਣਾ ਚਾਹੀਦਾ। ਵੀ ਵਾਂਟ ਟੂ ਮੇਕ ਟ੍ਰੇਡ ਨਾਟ ਵਾਰ। ਅਸੀਂ ਵਪਾਰ ਚਾਹੁੰਦੇ ਹਾਂ, ਜੰਗ ਨਹੀਂ ਚਾਹੁੰਦੇ, ਭਾਈਬੰਦੀ ਚਾਹੁੰਦੇ ਹਾਂ। ਅਸੀਂ ਆਪਣੇ ਬੱਚੇ ਨਹੀਂ ਮਨਾਉਣੇ ਚਾਹੁੰਦੇ। ਇਹ ਗੱਲ ਸਰ ਸਿਮਰਨਜੀਤ ਸਿੰਘ ਮਾਨ ਨੇ ਜਾ ਕੇ ਪਾਰਲੀਮੈਂਟ 'ਚ ਕੀਤੀ ਹੈ। ਆਪਣੀ ਲਾਲ ਪਾਸਪੋਰਟ ਪਾਰਲੀਮੈਂਟ ਦੀ ਲੈ ਕੇ ਬਾਰਡਰ ਪਾਰ ਕਰਕੇ ਜਿਹੜੀ ਆਪਾਂ ਸ਼ਾਮ ਨੂੰ ਅਰਦਾਸ ਕਰਦੇ ਹਾਂ, ਵਿਸ਼ੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣ। ਜਦ BJP ਦੀ ਸਰਕਾਰ ਨੇ ਸਾਰੇ ਸਿੱਖਾਂ ਨੂੰ ਮਨਾ ਕਰਤਾ ਆਪਣੇ ਨਨਕਾਣਾ ਸਾਹਿਬ ਜਾਣ ਤੋਂ, ਪੰਜਾ ਸਾਹਿਬ ਜਾਣ ਤੋਂ, ਸਰ ਸਿਮਰਨਜੀਤ ਸਿੰਘ ਮਾਨ ਇਕੱਲੇ ਆਪਣੇ ਕੌਮ ਦੀ ਉੱਥੇ ਹਾਜ਼ਰੀ ਭਰ ਕੇ ਆਏ ਸੀਗੇ। ਇਸ ਵਾਰੀ ਚੋਣ ਮੁੱਦਾ 'ਚ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਕਿਵੇਂ ਰਹੂਗਾ? ਬੰਦੀ ਸਿੰਘਾਂ ਦੀ ਰਿਹਾਈ ਇੱਕ ਇਤਿਹਾਸਿਕ ਸਾਡੇ ਉੱਤੇ ਸੈਂਟਰ ਦੀ ਔਰ ਇੱਥੇ ਦੀਆਂ ਜਿਹੜੀਆਂ ਸਰਕਾਰਾਂ ਨਹੀਂ ਹੈ, ਚਾਹੇ ਉਹ ਅਕਾਲੀ ਦੀਆਂ, ਚਾਹੇ ਕਾਂਗਰਸੀਆਂ ਦੀਆਂ, ਚਾਹੇ ਹੁਣ ਆਪ ਦੀਆਂ, ਉਹਨਾਂ ਦੇ ਨਾਲ ਜ਼ੁਲਮ ਹੋ ਰਿਹਾ ਹੈਗਾ। 32-32 30-30 ਸਾਲ ਕਿਸੇ ਨੂੰ ਅੰਦਰ ਰੱਖਣਾ ਇਹ ਜੁਰਮ ਹੈ। ਉਹ ਨੌਜਵਾਨਾਂ ਨੇ ਕੋਈ ਮਾੜਾ ਨਹੀਂ ਕੀਤਾ। ਤੁਸੀਂ ਦੇਖੋ ਬੇਅੰਤ ਸਿੰਘ, KPS ਗਿੱਲ, ਅਜ਼ਾਰ ਆਲਮ, ਸੁਮੇਧ ਸੈਣੀ, ਉਹਨਾਂ ਨੇ ਸਪਸ਼ਟ ਬੰਦੇ
ਨੌਜਵਾਨ ਘਰਾਂ ਚੋਂ ਕੱਢ ਕਰਕੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ ਸੀਗੀਆਂ। ਉਹਨਾਂ ਨੇ ਜੋ ਇਸ ਵਾਰ ਦੀਆਂ ਮੇਨ ਚੋਣਾਂ ਨੇ ਜਿਹੜੀਆਂ, ਖਾਸ ਕਰਕੇ ਲੋਕ ਸਭਾ ਜਿਹੜੀ ਸੰਗਰੂਰ ਸੀਟ ਹੈ, ਉਹ ਬੰਦੀ ਸਿੰਘਾਂ ਦੀ ਰਿਹਾਈ ਤੇ ਹੀ ਮੇਨ ਮੁੱਦਾ ਬਣਨ ਜਾ ਰਹੀ ਹੈ। ਉਹਨੂੰ ਕਿਵੇਂ ਦੇਖਦੇ ਹੋ? ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਉਹਨਾਂ ਨੇ ਕੋਈ ਜੁਰਮ ਨਹੀਂ ਕੀਤਾ ਹੈਗਾ। ਸਟੇਟ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਕੀਤੀ ਹੈਗੀ ਹੈ। ਉਹਨਾਂ ਦੀ ਰਿਹਾਈ ਵਾਸਤੇ ਅਸੀਂ ਲਗਾਤਾਰ ਜੇਲ੍ਹਾਂ ਦੇ ਬਾਹਰ ਧਰਨੇ ਦਿੱਤੇ ਹੈ। ਉਹਨਾਂ ਦੇ ਪੱਖ 'ਚ ਅਸੀਂ ਹਮੇਸ਼ਾ ਆਵਾਜ਼ ਉਠਾਈ ਹੈ। ਅਸੀਂ ਇਸ ਹੱਦ ਤੇ ਵੀ ਕਿ ਜਿਹੜੇ ਸਾਡੇ ਵਿਰੋਧੀ ਸੀ ਉਹਨਾਂ ਨਾਲ ਜਾ ਕੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਰਿਹਾਈ ਹੋਏ। ਬੰਦੀ ਸਿੰਘ ਰਾਜੋਆਣਾ ਦੀ ਭੈਣ ਵੀ ਤੁਹਾਡੇ ਨਾਲ ਚੋਣ ਮੈਦਾਨ ਦੇ ਵਿੱਚ ਨੇ, ਤੁਹਾਡੇ ਵਿਰੁੱਧ ਕਿਵੇਂ ਦੇਖਦੇ ਹੋ ਉਹਨਾਂ ਨੂੰ? ਅਸੀਂ ਉਹਨਾਂ ਨੂੰ ਆਪਣੇ ਮਿਸ਼ਨ ਦੇ ਅਧੀਨ ਦੇਖਦੇ ਹਾਂ। ਉਹ ਭੈਣ ਕੌਮ ਦੀ ਹੈ, ਅਸੀਂ ਉਹਨਾਂ ਨੂੰ ਸਤਿਕਾਰ ਕਰਦੇ ਹੈਗੇ ਆ। ਪਰ ਅਸੀਂ ਬੇਨਤੀ ਇਹ ਕਰਦੇ ਹਾਂ ਕਿ ਜਿਹੜੀ ਕੁਆਲੀਫਿਕੇਸ਼ਨ ਸਰ ਸਿਮਰਨਜੀਤ ਸਿੰਘ ਮਾਨ ਦੀ ਹੈ, ਜਿਹੜੀ ਉਹ ਆਵਾਜ਼ ਪਾਰਲੀਮੈਂਟ 'ਚ ਉਠਾ ਸਕਦੇ ਆ, ਜਿਹੜਾ ਉਹਨਾਂ ਨੂੰ ਕਾਨੂੰਨ ਪਤਾ ਹੈ, ਜੋ ਉਹਨਾਂ ਦਾ ਇਤਿਹਾਸ ਹੈ, ਜੋ ਉਹਨਾਂ ਨੇ ਪੰਜਾਬ ਦਾ ਸਾਰਾ ਹਾਦਸਾ ਵੇਖਿਆ, ਜਿਸ ਤਰ੍ਹਾਂ ਉਹ ਕਰ ਸਕਦੇ ਆ, ਅਸੀਂ ਸਮਝਦੇ ਹਾਂ ਉਹ ਪੰਜਾਬ ਦੇ ਵਕੀਲ ਸਭ ਤੋਂ ਵਧੀਆ ਹੋਣਗੇ। ਜੇ ਬੰਦੀ ਸਿੰਘਾਂ ਵਾਸਤੇ ਅਸੀਂ ਕੋਈ ਵਕੀਲ ਉਸ ਪੱਧਰ ਦਾ ਨਾ ਭੇਜੀਏ ਜਿਹੜੀ ਉਹਨਾਂ ਦੀ ਗੱਲ ਵਧੀਆ ਤਰੀਕੇ ਨਾਲ ਉੱਥੇ ਰੱਖ ਸਕੇ, ਤਾਂ ਉਹ ਉਹਨਾਂ ਨਾਲ ਜ਼ੁਲਮ ਕਰਨ ਦੀ ਗੱਲ ਹੈ। ਇਹ ਜ਼ੁਲਮ ਗੱਲ ਨਹੀਂ ਹੈਗੀ ਕਿ ਅਸੀਂ ਮਾਨ ਸਾਹਿਬ ਨੂੰ ਕਰੀਏ। ਲੱਗਦਾ ਤੁਹਾਨੂੰ ਵੀ ਬਾਦਲ ਪਾਰਟੀ ਵੱਲੋਂ ਸਿਰਫ ਇੱਕ ਚੋਣ ਸਟੰਟ ਖੇਡਾ ਗਿਆ ਉਹਨਾਂ ਨੂੰ ਟਿਕਟ ਦੇ ਕੇ? ਰਾਤ ਦੇ ਸਮੇਂ ਆ ਕੇ ਸਾਡੇ ਘਰਾਂ 'ਚ ਉੱਤੇ ਪ੍ਰੈਸ਼ਰ ਪਾਉਣਾ ਕਿ ਫੋਟੋਆਂ ਖਿਚਾ ਕੇ ਬਾਹਰ ਪੇਸ਼ ਕਰ ਦੇਣੀਆਂ, ਇਹ ਜਿਹੜੇ ਪ੍ਰੈਸ਼ਰ ਹੈ, ਸਾਡੀ ਬੇਨਤੀ ਹੈ ਬਾਦਲ ਸਾਹਿਬ, ਸਰ ਸੁਖਬੀਰ ਸਿੰਘ ਜੀ, ਇਹ ਤਾਂ ਚੋਣ ਹੈ, ਇਹਦੇ ਵਿੱਚ ਕੋਈ ਪਤਾ ਨਹੀਂ ਕੌਣ ਜਿੱਤੂ ਕੌਣ ਨਹੀਂ ਜਿੱਤੂ। ਜੇ ਰਾਜੋਆਣਾ ਭੈਣ ਨੂੰ ਉਹਨਾਂ ਨੇ ਵਾਕਈ ਕੁਛ ਮੂਹਰੀ ਬਣਾਉਣਾ ਹੈ, ਉਹਨਾਂ ਦੀ ਗੱਲ ਮੂਹਰੇ ਰੱਖਣੀ ਹੈ, ਆਪਣੀ ਪ੍ਰਧਾਨਗੀ ਛੱਡ ਕੇ ਰਾਜੋਆਣਾ ਬੀਬੀ ਨੂੰ ਪ੍ਰਧਾਨ ਬਣਾ ਦੇ। ਉਹਦੇ ਨਾਲ ਉਹਨੂੰ ਪੱਕੀ ਇੱਕ ਇਹੋ ਜਿਹਾ ਮੌਕਾ ਮਿਲੂਗਾ ਜੇ ਸਾਡੀ ਉਹ ਗੱਲ ਕਰ ਸਕੇ। ਇਹ ਚੋਣ 'ਚ ਕੋਈ ਪਤਾ ਨਹੀਂ ਹੁੰਦਾ। ਸਿੱਧੂ ਮੂਸੇਵਾਲੇ ਦੀ ਮੌਤ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਫੇਲੀਅਰ ਆਫ ਪੁਲਿਸ ਐਂਡ ਸਟੇਟ ਮਸ਼ੀਨਰੀ। ਇਹਨਾਂ ਨੇ ਆਈਬੀ ਦੀ ਰਿਪੋਰਟ ਸੀਗੀ ਕਿ ਉਹਨਾਂ ਦਾ ਖਤਰਾ ਹੈਗਾ, ਉਹਨਾਂ ਦੀ ਫੋਰਸ ਉਤਾਰਤੀ। ਇਹਨਾਂ ਦੇ ਰਾਜ ਦੇ ਵਿੱਚ ਬੱਸਾਂ ਤੋਂ ਲਾ ਕੇ ਲੁੱਟਾਂ ਹੋ ਰਹੀਆਂ, ਇੱਥੇ ਕਿਲਿੰਗ ਹੋ ਰਹੀ ਹੈ, ਗੈਂਗਸਟਰ ਖੁੱਲੇ ਚੱਲ ਰਹੇ ਹੈਗੇ ਆ, ਜੇਲ੍ਹਾਂ 'ਚੋਂ ਇਹਨਾਂ ਦੇ ਬਰਖਲਾਫ ਮੂਵ ਕਰ ਰਹੇ ਹੈਗੇ ਆ। ਇਹ ਬਹੁਤ ਵੱਡੀ ਭਗਵੰਤ ਮਾਨ ਸਾਹਿਬ ਦੇ ਸਰਕਾਰ ਦੀ ਨਲਾਇਕੀ ਹੈ ਔਰ ਇਹਦੇ ਕਰਕੇ ਸਾਡੇ ਨੌਜਵਾਨ ਮਰਵਾ ਰਹੇ ਆ। ਲੋਕ ਸਭਾ ਚੋਣਾਂ ਤੇ ਕੀ ਅਸਰ ਹੋਊਗਾ ਸਿੱਧੂ ਵਾਲੀ ਮੌਤ? ਮੇਰਾ ਖਿਆਲ ਹੈ ਜਿਹੜਾ ਰੋਸ ਸੰਗਤ 'ਚ ਆਇਆ ਉਹ ਹੋ ਸਕਦਾ ਹੈ ਇਹ ਚੋਣਾਂ ਦੇ ਵਿੱਚ ਸਰ ਭਗਵੰਤ ਸਿੰਘ ਨੂੰ ਪਤਾ ਲੱਗ ਜੇ ਕਿ ਜਦ ਸਭ ਕੁਝ ਉਹਨਾਂ ਦੇ ਹੱਥ ਹੈ, ਇਹ ਸੰਗਤ ਚਾਹੁੰਦੀ ਹੈ ਕਿ ਚੰਗੀ ਸਰਕਾਰ ਚੱਲੇ। ਜੇ ਨਹੀਂ ਚੰਗੀ ਸਰਕਾਰ ਚੱਲਦੀ ਫਿਰ ਸੰਗਤ ਨੇ ਆਪ ਜਵਾਬ ਦੇਣਾ। ਅਸੀਂ ਤਾਂ ਆਪਣਾ ਪੱਖ ਰੱਖਾਂਗੇ, ਸੰਗਤ ਨੂੰ ਸਿਰ ਮੱਥੇ ਮੰਨਦੇ ਆ ਉਹਨਾਂ ਦਾ ਵਚਨ।